Hello everyone, welcome to Victor's Knowledge. This is Chinu Sharma, and today we are going to take up a very important topic, that is geography of Punjab, and the content that I am taking up has been referred from PSEB class 9 English medium SS book. So Punjab ਪੰਜ ਦਰਿਆਵਾਂ ਦੀ ਧਰਤੀ ਹੈ. It is a land of five rivers, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ. ਜਿਹੜੀ ਇਹਦੀ ਜੋਗ੍ਰਾਫਿਕਲ ਲੋਕੇਸ਼ਨ ਹੈ ਉਹਦੀ ਬਹੁਤ ਹੀ ਜ਼ਿਆਦਾ ਇੱਕ ਸਟ੍ਰੈਟੇਜਿਕਲੀ ਸਪੈਸ਼ਲ ਇੰਪੋਰਟੈਂਸ ਹੈ. ਪੰਜਾਬ ਨੂੰ ਇੰਡੀਆ ਦੀ ਹਿਸਟਰੀ ਤੇ ਕਲਚਰ ਦਾ ਕ੍ਰੀਏਟਰ ਮੰਨਿਆ ਜਾਂਦਾ ਹੈ. ਸੋ ਇਹ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ. Which state is known as creator of history and culture of India? So ਇਹ ਹੈ ਪੰਜਾਬ. Next is it remains a home of one of the oldest civilization. So ਜਦੋਂ ਆਪਣੇ ਲੋਕ civilization start ਹੋਣ ਲੱਗੀਆਂ ਰਹਿਣ ਲੱਗੇ, ਸੋ ਉਸ ਸਮੇਂ ਜਦੋਂ oldest civilization ਦੀ ਜੇ ਆਪਾਂ ਗੱਲ ਕਰੀਏ ancient India ਦੇ ਵਿੱਚ ਜਾਈਏ ਤਾਂ ਕਾਫੀ ਜ਼ਿਆਦਾ ਪੁਰਾਣੀਆਂ ਸਟਾਰਟਿੰਗ ਵਾਲੀਆਂ ਜਿਹੜੀਆਂ ਸਟੋਨ ਏਜ ਤੋਂ ਬਾਅਦ ਜਦੋਂ ਕਾਪਰ ਬ੍ਰੌਂਜ਼ ਏਜ ਆਈ ਉਸ ਟਾਈਮ ਜਿਹੜੀਆਂ ਸਿਵਲਾਈਜੇਸ਼ਨ ਸੀ ਜਿਵੇਂ ਹੜੱਪਾ, ਮੋਹਨਜੋਦਾਰੋ, ਇੰਦਸ ਵੈਲੀ ਸਿਵਲਾਈਜੇਸ਼ਨ, ਇਹ ਸਾਰੀਆਂ ਦੀਆਂ ਇੰਪੋਰਟੈਂਟ ਸਿਟੀਜ਼ ਪੰਜਾਬ ਵਿੱਚ ਸੀ. ਸੋ ਪੰਜਾਬ ਹਮੇਸ਼ਾ ਫੋਰਨਰਸ ਦੇ ਲਈ ਇੱਕ ਗੇਟਵੇ ਰਿਹਾ, ਚਾਹੇ ਉਹ ਆਰੀਅਨ ਸੀ, ਗ੍ਰੀਕ ਸੀ, ਕੁਸ਼ਾਨ, ਗਜ਼ਨਵੀ, ਤੈਮੂਰ, ਮੁਗਲ, ਅਫਗਾਨ, ਸਾਰੇ ਇੰਡੀਆ ਦੇ ਵਿੱਚ ਪੰਜਾਬ ਦੇ ਥਰੂ ਹੀ ਐਂਟਰ ਹੋਏ ਤੇ ਇਹਦੇ ਨਾਲ ਹੀ ਜਿਹੜੀ ਪੂਰੀ ਆਪਣੀ ਲੈਂਡ ਸੀ ਇੰਡੀਆ ਦੀ ਧਰਤੀ ਉਹਦੀ ਹਿਸਟਰੀ ਤੇ ਕਲਚਰ ਦੇ ਵਿੱਚ ਇੰਨਾ ਜ਼ਿਆਦਾ ਬਦਲਾਅ ਆਇਆ. ਸੋ ਪੰਜਾਬ ਇਹ ਨਾਰਥ ਵੈਸਟਰਨ ਪਾਰਟ ਵਿੱਚ ਲੋਕੇਟਡ ਹੈ. ਜੇ ਆਪਾਂ ਇੰਡੀਆ ਸਬ ਕੰਟੀਨੈਂਟ ਦੀ ਗੱਲ ਕਰੀਏ ਤੇ ਪੰਜਾਬ ਈਸਟ, ਮਿਡਲ ਈਸਟ ਤੇ ਸੈਂਟਰਲ ਏਸ਼ੀਆ ਦੇ ਵਿੱਚ ਇੱਕ ਬ੍ਰਿਜ ਦੇ ਤੌਰ ਤੇ ਕੰਮ ਕਰਦਾ ਹੈ. The region is enclosed between north ਵਿੱਚ ਉੱਪਰ ਹਿਮਾਲਿਆਜ਼ ਨੇ, ਨੀਚੇ ਸਾਊਥ ਵਿੱਚ ਰਾਜਪੂਤਾਨਾ ਡੈਜ਼ਰਟ. ਸੋ ਨੈਕਸਟ ਜੀਓਗ੍ਰਾਫਿਕਲ ਹਿਸਟਰੀ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੋ ਪਰਸ਼ੀਅਨ ਵਰਡਸ ਦੇ ਜੋੜ ਤੋਂ ਬਣਿਆ ਹੈ. ਪੰਜ ਜਿਹਦਾ ਮਤਲਬ ਹੈ 5, ਆਬ ਜਿਹਦਾ ਮਤਲਬ ਹੈ ਰਿਵਰ, ਵਾਟਰ. ਸੋ ਇਸੇ ਲਈ ਪੰਜਾਬ ਵਰਡ ਦਾ ਮਤਲਬ ਹੈ ਲੈਂਡ ਆਫ 5 ਰਿਵਰ. ਸੋ ਤੁਸੀਂ ਯਾਦ ਰੱਖਣਾ ਹੈ that ਪਰਸ਼ੀਅਨ ਵਰਡਸ ਤੋਂ ਬਣਿਆ. ਰਿਗਵੇਦਾ ਦੀ ਜੇ ਗੱਲ ਕਰੀਏ ਆਪਾਂ, ਰਿਗਵੇਦਾ ਇਹਨੂੰ ਆਰੀਅਨਸ ਦੇ ਸਿਵਲਾਈਜੇਸ਼ਨ ਦਾ ਸਭ ਤੋਂ ਮੋਸਟ ਐਂਸ਼ੀਅੰਟ ਤੇ ਇੰਪੋਰਟੈਂਟ ਸਕ੍ਰਿਪਚਰ ਮੰਨਿਆ ਜਾਂਦਾ ਹੈ. ਸੋ ਰਿਗਵੇਦਾ ਦੇ ਵਿੱਚ ਪੰਜਾਬ ਨੂੰ ਕਿਹਾ ਗਿਆ ਹੈ ਸਪਤ ਸਿੰਧੂ, ਲੈਂਡ ਆਫ 7 ਰਿਵਰ. ਤੇ ਜੇ ਆਪਾਂ ਪੁਰਾਣਾਸ ਦੀ ਗੱਲ ਕਰੀਏ, ਜਿਹੜੇ ਜਿੰਨੇ ਵੀ ਵੇਦ ਪੁਰਾਣ ਸੀ ਉਹਨਾਂ ਵਿੱਚ ਪੰਜਾਬ ਨੂੰ ਪੰਚਨਦ ਪੈਂਟੋਪੋਟਾਮੀਆ ਦਾ ਨਾਮ ਦਿੱਤਾ ਗਿਆ ਤੇ ਜਿਹੜਾ ਇਹ ਨਾਮ ਹੈ ਇਹ ਗ੍ਰੀਕਸ ਨੇ ਦਿੱਤਾ ਹੈ. ਸੋ ਇਹ ਵੀ ਤੁਸੀਂ ਚੀਜ਼ ਯਾਦ ਰੱਖਣੀ ਹੈ ਤੇ ਇਹਦਾ ਵੀ ਮਤਲਬ ਇੰਗਲਿਸ਼ ਦੇ ਵਿੱਚ ਹੈ ਲੈਂਡ ਆਫ 5 ਰਿਵਰ. ਦੈਨ ਇੱਕ ਬਹੁਤ ਇੰਪੋਰਟੈਂਟ ਗ੍ਰੇਟ ਹਿਸਟੋਰੀਅਨ ਸੀ ਅਲੈਗਜ਼ੈਂਡਰ ਕਨਿੰਗਮ. ਉਹਨੇ ਤਾਕ ਟ੍ਰਾਈਬ ਦੀ ਗੱਲ ਕੀਤੀ ਜਦੋਂ ਉਹ ਪੰਜਾਬ 'ਚ ਰਹਿ ਰਿਹਾ ਸੀ ਤੇ ਉਸ ਤੋਂ ਬਾਅਦ ਪੰਜਾਬ ਨੂੰ ਤਾਕ ਪ੍ਰਦੇਸ਼ ਦਾ ਨਾਮ ਦਿੱਤਾ ਗਿਆ. ਸੋ ਇਹ ਵੀ ਇੱਕ ਇੰਪੋਰਟੈਂਟ ਜੀਓਗ੍ਰਾਫਿਕਲ ਫੈਕਟ ਹੈ. ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰੂਲ ਸੀ ਤਾਂ ਉਸ ਸਮੇਂ ਜਿਹੜੇ ਬਾਰਡਰ ਸੀ ਪੰਜਾਬ ਦੇ ਉਹ ਨਾਰਥ ਵੈਸਟ ਰੀਜਨ ਦੇ ਵਿੱਚ ਲਾਹੌਰ ਸਟੇਟ ਦੇ ਨਾਮ ਦੇ ਨਾਲ ਜਾਣੇ ਜਾਂਦੇ ਸੀ. ਸੋ ਹੁਣ ਜੇ ਆਪਾਂ 7 ਮੇਨ ਰਿਵਰਸ ਦੀ ਗੱਲ ਕਰੀਏ ਜਿਹੜੀਆਂ ਪੰਜਾਬ ਨਾਲ ਐਸੋਸੀਏਟਡ ਹੈ, ਸੋ ਇਹ ਹੈ ਸਿੰਧ, ਜੇਹਲਮ, ਚੇਨਾਬ, ਰਾਵੀ, ਬਿਆਸ, ਸਤਲੁਜ, ਸਰਸਵਤੀ. ਇਹਨਾਂ ਦੇ ਏਂਸ਼ੀਅੰਟ ਨੇਮ ਤੇ ਇੰਗਲਿਸ਼ ਰੋਮਨ ਨੇਮ ਐਗਜ਼ਾਮ ਦੇ ਵਿੱਚ ਬਹੁਤ ਵਾਰੀ ਪੁੱਛੇ ਜਾਂਦੇ ਆ, ਸੋ ਇਹ ਵੀ ਤੁਹਾਨੂੰ ਯਾਦ ਹੋਣੇ ਚਾਹੀਦੇ ਆ. ਨੈਕਸਟ ਡੇ ਜਦੋਂ ਪਾਰਟੀਸ਼ਨ ਹੋਈ ਤਾਂ ਪੰਜਾਬ ਦਾ ਬਹੁਤ ਜ਼ਿਆਦਾ ਹਿੱਸਾ ਪਾਕਿਸਤਾਨ ਵੱਲ ਚਲਾ ਗਿਆ ਤੇ ਆਪਣੇ ਇੰਡੀਆ ਭਾਰਤ ਵਾਲੇ ਪੰਜਾਬ ਦੇ ਕੋਲ ਸਿਰਫ 34% ਹੀ ਪਾਰਟ ਰਿਹਾ. ਸੋ ਇਹ ਵੀ ਤੁਸੀਂ ਚੀਜ਼ ਯਾਦ ਰੱਖਣੀ ਹੈ. ਸੋ ਪੰਜਾਬ ਦਾ ਰਿਵਰ ਸਿਸਟਮ ਇਹ ਤੁਹਾਨੂੰ ਇਸ ਮੈਪ ਦੇ ਜ਼ਰੀਏ ਸਮਝ ਆ ਜਾਊਗਾ. ਸੋ ਤੁਸੀਂ ਦੇਖ ਸਕਦੇ ਹੋ ਜੇਹਲਮ, ਚੇਨਾਬ, ਇੰਦਸ, ਸੋ ਇਹ ਸਾਰੇ ਜਿਹੜਾ ਪਾਕਿਸਤਾਨ ਵਾਲਾ ਪਾਰਟ ਸੀ ਉਧਰ ਰਹਿ ਗਿਆ. ਸੋ 1948 ਵਿੱਚ ਜਿਹੜੀ ਪੰਜਾਬ ਦੀ ਪ੍ਰਿੰਸਲੀ ਸਟੇਟ ਸੀ ਉਹਨੇ ਪਟਿਆਲਾ, ਨਾਭਾ, ਮਲੇਰਕੋਟਲਾ, ਜੀਂਦ, ਕਪੂਰਥਲਾ, ਫਰੀਦਕੋਟ, ਨਾਲਾਗੜ੍ਹ, ਕਲਸੀਆਂ ਇਹਨਾਂ ਨੂੰ ਆਪਣੇ ਵਿੱਚ ਕੰਬਾਈਨ ਕਰ ਲਿਆ ਤੇ ਇੱਕ ਨਵੀਂ ਸਟੇਟ ਆ ਗਈ ਪੈਪਸੂ ਦੀ. ਪੈਪਸੂ ਦੀ ਫੁੱਲ ਫਾਰਮ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ. ਉਸ ਤੋਂ ਬਾਅਦ 1956 ਦੇ ਵਿੱਚ ਰੀਆਰਗੇਨਾਈਜੇਸ਼ਨ ਹੋਈ. ਪੈਪਸੂ ਨੂੰ ਮਰਜ ਕਰਕੇ ਇੱਕ ਯੂਨਾਈਟਿਡ ਇਕੱਠਾ ਪੰਜਾਬ ਤਿਆਰ ਕਰ ਲਿਆ. ਉਸ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬ ਦੁਬਾਰਾ ਲੈਂਗੁਏਜ ਲਿੰਗੁਇਸਟਿਕ ਬੇਸਿਸ ਉੱਤੇ ਵੰਡਿਆ ਗਿਆ, ਡਿਵਾਈਡ ਹੋਇਆ.
ਪੰਜਾਬ ਦੇ ਵਿੱਚੋਂ ਦੋ ਨਵੀਆਂ ਸਟੇਟਸ ਅਲੱਗ ਕਰਤੀਆਂ, ਇੱਕ ਸੀ ਹਿਮਾਚਲ, ਦੂਜੀ ਸੀ ਹਰਿਆਣਾ। ਨੈਕਸਟ ਹੁਣ ਜੇ ਆਪਾਂ ਪ੍ਰੈਜ਼ੈਂਟ ਸਟੇਟਸ ਦੀ ਗੱਲ ਕਰੀਏ ਤਾਂ ਜਿਹੜਾ ਪੰਜਾਬ ਹੈ ਇੰਡੀਆ ਦੇ ਨਾਰਥ ਵੈਸਟ ਰੀਜਨ ਦੇ ਵਿੱਚ ਹੈ ਤੇ ਪਾਕਿਸਤਾਨ ਲਾਈ ਕਰਦਾ ਹੈ ਵੈਸਟ ਵਿੱਚ, ਹਿਮਾਚਲ ਆਪਣੇ ਈਸਟ ਵਿੱਚ ਹੈ, ਹਰਿਆਣਾ ਸਾਊਥ, ਰਾਜਸਥਾਨ ਸਾਊਥ ਵੈਸਟ। ਸੋ ਜੋ ਵੀ ਇਹ ਲੋਕੇਸ਼ਨਸ ਨੇ, ਡਾਇਰੈਕਸ਼ਨ ਨੇ, ਇਹ ਵੀ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਦੈਨ ਪੰਜਾਬ ਐਕਸਟੈਂਡਸ ਫਰੋਮ ਲੈਟੀਟਿਊਡ, ਜੇ ਆਪਾਂ ਗੱਲ ਕਰੀਏ ਅਰਥ ਉੱਤੇ ਲੋਕੇਸ਼ਨ ਦੀ ਤਾਂ 29 ਡਿਗਰੀ 30 ਨਾਰਥ, 32 ਡਿਗਰੀ 32 ਨਾਰਥ ਲੌਂਗੀਟਿਊਡ ਦੇ ਉੱਤੇ, 73 ਡਿਗਰੀ 55 ਈਸਟ, 76 ਡਿਗਰੀ 50 ਈਸਟ। ਤੇ ਜਿਹੜਾ ਟੋਟਲ ਕੁੱਲ ਏਰੀਆ ਹੈ ਪੰਜਾਬ ਦਾ ਉਹ ਹੈ 50,362 ਸਕੁਆਇਰ ਕਿਲੋਮੀਟਰ। ਤੇ ਜੇ ਆਪਾਂ ਇੰਡੀਆ ਦੇ ਵਿੱਚ ਗੱਲ ਕਰੀਏ, ਜਿੰਨਾ ਕੁੱਲ ਇੰਡੀਆ ਦਾ ਲੈਂਡ ਏਰੀਆ ਹੈ, ਪੰਜਾਬ ਦੇ ਕੋਲ ਉਹਦਾ 1.6% ਏਰੀਆ ਹੈ। ਤੇ ਜੇ ਆਪਾਂ ਸਾਈਜ਼ ਦੇ ਅਕੋਰਡਿੰਗ ਦੇਖੀਏ ਤਾਂ ਪੰਜਾਬ 12th ਨੰਬਰ ਤੇ ਆਉਂਦੀ ਹੈ ਇੰਡੀਆ ਦੀ ਸਟੇਟਸ ਚੋਂ। ਸੋ ਨਾਓ ਰੀਜਨਲ ਡਿਸਟ੍ਰੀਬਿਊਸ਼ਨ ਆਫ ਐਡਮਿਨਿਸਟ੍ਰੇਟਿਵ ਡਿਸਟ੍ਰਿਕਟ, ਤੇ ਆਲਸੋ ਵਨ ਇੰਪੋਰਟੈਂਟ ਥਿੰਗ ਕਿ ਜਿਹੜੀਆਂ ਕੈਟੇਗਰੀਜ਼ ਹੈ ਇਹ ਜਦੋਂ ਹੁਣ ਜੰਮੂ ਕਸ਼ਮੀਰ ਰੀਆਰਗੇਨਾਈਜੇਸ਼ਨ ਹੋਈ ਹੈ ਉਸ ਤੋਂ ਪਹਿਲਾਂ ਦੇ ਰੈਂਕਸ ਹੈ। ਸੋ ਰੀਜਨਲ ਡਿਸਟ੍ਰੀਬਿਊਸ਼ਨ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਅੰਦਰ ਮੇਨਲੀ ਆਪਾਂ 4 ਰੀਜਨ ਪੜ੍ਹਦੇ ਹਾਂ, ਮਾਝਾ, ਦੁਆਬਾ, ਮਾਲਵਾ, ਪੁਆਧ। ਸੋ ਮਾਝੇ ਦੇ ਅੰਦਰ 4 ਡਿਸਟ੍ਰਿਕਟ ਆ ਗਈਆਂ, ਸ਼੍ਰੀ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ ਸਾਹਿਬ। ਦੈਨ ਦੁਆਬਾ ਦੇ ਅੰਦਰ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, SPS ਨਗਰ ਜਿਹਨੂੰ ਆਪਾਂ ਨਵਾਂ ਸ਼ਹਿਰ ਵੀ ਕਹਿੰਦੇ ਹਾਂ। ਦੈਨ ਮਾਲਵਾ, ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਲੁਧਿਆਣਾ, ਮਾਨਸਾ, ਮੋਗਾ, ਸ਼੍ਰੀ ਮੁਕਤਸਰ ਸਾਹਿਬ, ਸੰਗਰੂਰ ਤੇ ਹੁਣ ਇੱਕ ਨਵੀਂ ਡਿਸਟ੍ਰਿਕਟ 23rd ਜਿਹੜੀ ਬਣੀ ਹੈ ਮਲੇਰਕੋਟਲਾ। ਪੁਆਧ ਦੇ ਅੰਦਰ ਫਤਿਹਗੜ੍ਹ ਸਾਹਿਬ, ਪਟਿਆਲਾ, ਦੈਨ ਰੂਪਨਗਰ, SS ਨਗਰ, ਮੋਹਾਲੀ। ਸੋ ਪੰਜਾਬ ਦੀ ਪਹਿਲੀ ਡਿਸਟ੍ਰਿਕਟ ਸੀਗੀ ਅੰਮ੍ਰਿਤਸਰ। ਅੰਮ੍ਰਿਤਸਰ ਵਰਡ ਦਾ ਜੇ ਆਪਾਂ ਲਿਟਰਲ ਮੀਨਿੰਗ ਦੇਖੀਏ ਤਾਂ ਉਹਦਾ ਮਤਲਬ ਹੈ ਪੂਲ ਆਫ ਨੈਕਟਰ। ਸੋ ਅੰਮ੍ਰਿਤਸਰ। Then the old name of this place was Chak Ramdas. So ਅੰਮ੍ਰਿਤਸਰ ਤੋਂ ਪਹਿਲਾਂ ਨਾਮ ਸੀ ਚੱਕ ਰਾਮਦਾਸ। Then ਗੁਰਦਾਸਪੁਰ ਸਿਟੀ 16 ਸੈਂਚੁਰੀ ਦੇ ਵਿੱਚ ਸਟੈਬਲਿਸ਼ ਕੀਤੀ ਤੇ ਇਹਦਾ ਇੱਕ ਡਿਸਟ੍ਰਿਕਟ ਦਾ ਟਾਊਨ ਹੈ ਕਲਾਨੌਰ, ਤੇ ਕਲਾਨੌਰ ਉਹ ਜਗ੍ਹਾ ਸੀ ਜਿੱਥੇ ਮੁਗਲ ਕਿੰਗ ਅਕਬਰ ਨੇ ਕਰਾਊਨ ਅਟੇਨ ਕੀਤਾ। ਦੈਨ ਇੱਕ ਹੋਰ ਇੰਪੋਰਟੈਂਟ ਟਾਊਨ ਹੈ ਬਟਾਲਾ। ਬਟਾਲੇ ਨੂੰ ਕਾਟੇਜ ਇੰਡਸਟਰੀ ਦੇ ਨਾਮ ਦੇ ਨਾਲ ਜਾਣਿਆ। ਸੋ ਜਿਹੜੇ ਹੁਣੇ ਮੈਂ ਤੁਹਾਨੂੰ ਡਿਸਟ੍ਰਿਕਟ ਵਾਈਜ਼ ਸਪੈਸੀਫਿਕੇਸ਼ਨ ਦੱਸੂਗੀ, ਐਗਜ਼ਾਮਸ ਦੇ ਵਿੱਚ ਇਹੀ ਸਪੈਸੀਫਿਕੇਸ਼ਨ ਐਜ਼ ਇਟ ਇਜ਼ ਕੁਐਸਚਨ ਬਣ ਕੇ ਆਉਂਦੀਆਂ ਨੇ। ਸੋ ਡਿਸਟ੍ਰਿਕਟ ਆਫ ਪਠਾਨਕੋਟ was carved out of ਗੁਰਦਾਸਪੁਰ ਚੋਂ ਅਲੱਗ ਕੀਤਾ ਸੀ, ਅਲੱਗ ਜ਼ਿਲ੍ਹਾ ਬਣਾਇਆ ਸੀ 2011 ਵਿੱਚ। ਦੈਨ ਜਿਹੜਾ ਡਿਸਟ੍ਰਿਕਟ ਹੈ ਇਹ ਸ਼ਿਵਾਲਿਕ ਸਮੋਲੈਸਟ ਡਿਸਟ੍ਰਿਕਟ ਉਹਦੇ ਫੁੱਟਹਿਲਸ ਦੇ ਨੀਚੇ ਹੈ। ਸ਼ਿਵਾਲਿਕ ਦੇ ਜਿਹੜੇ ਪਹਾੜੀਆਂ ਨੇ ਉਹਨਾਂ ਦੇ ਬਿਲਕੁਲ ਨੀਚੇ ਲੱਗਦਾ ਹੈ। ਦੈਨ ਜਿਹੜੀ ਤਰਨਤਾਰਨ ਡਿਸਟ੍ਰਿਕਟ ਹੈ ਉਹਨੂੰ ਅੰਮ੍ਰਿਤਸਰ ਵਿੱਚੋਂ ਅਲੱਗ ਕੀਤਾ ਗਿਆ 2006 ਵਿੱਚ। ਦੈਨ ਡਿਸਟ੍ਰਿਕਟ ਹੁਸ਼ਿਆਰਪੁਰ, ਇਹਦੀ ਮਿਕਸ ਟੋਪੋਗ੍ਰਾਫੀ ਹੈ, ਜ਼ਿਆਦਾ ਇਹਦਾ ਏਰੀਆ ਮਾਊਂਟੇਨੀਅਸ ਹੈ ਪਰ ਕੁਝ ਏਰੀਆਜ਼ ਇਹਦੇ ਪਲੇਨ ਵੀ ਨੇ। ਦੈਨ ਜਿਹੜਾ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਇੱਕ ਟਾਊਨ ਹੈ ਮਹਿਲਪੁਰ, ਇਹਨੂੰ ਜਾਣਿਆ ਜਾਂਦਾ ਹੈ ਨਰਸਰੀ ਆਫ ਫੁੱਟਬਾਲ ਦੇ ਨਾਮ ਨਾਲ। ਸੋ ਏਦਾਂ ਦੇ ਹੀ ਕੁਐਸਚਨ ਤੁਹਾਨੂੰ ਡਾਇਰੈਕਟਲੀ ਐਗਜ਼ਾਮ 'ਚ ਪੁੱਛੇ ਜਾਂਦੇ ਨੇ ਵੀ ਕਿਹੜਾ ਟਾਊਨ ਹੈ ਜਿਹਨੂੰ ਨਰਸਰੀ ਆਫ ਫੁੱਟਬਾਲ ਕਿਹਾ ਜਾਂਦਾ ਹੈ, ਜਾਂ ਫਿਰ ਜਿਹਨੂੰ ਸਮਾਲ ਸਕੇਲ ਫਰਨੀਚਰ ਦੇ ਨਾਮ ਦੇ ਨਾਲ। ਉਸ ਤੋਂ ਬਾਅਦ ਜਿਵੇਂ ਜਲੰਧਰ ਹੈ, ਉਰੇ ਮੀਡੀਆ ਸੈਂਟਰ ਹੈ ਇੱਕ ਬਹੁਤ ਵੱਡਾ। ਦੈਨ ਕਾਟੇਜ ਇੰਡਸਟਰੀ ਆਫ ਸਪੋਰਟਸ ਗੁੱਡ ਦੇ ਨਾਮ ਨਾਲ ਜਲੰਧਰ ਨੂੰ ਜਾਣਦੇ ਆ। ਤੇ ਇਹ ਕੁਐਸਚਨ ਜਿਹੜਾ ਪਟਵਾਰੀ ਦੇ ਪ੍ਰੀ ਦੇ ਐਗਜ਼ਾਮ 'ਚ ਆਇਆ ਸੀ, ਸੰਸਾਰਪੁਰ ਨਰਸਰੀ ਆਫ ਹਾਕੀ। ਸੋ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਡਾਇਰੈਕਟਲੀ ਇੱਕ 9th ਕਲਾਸ ਦੀ ਬੁੱਕ ਦੇ ਵਿੱਚੋਂ ਰੈਫਰ ਕਰਕੇ ਐਗਜ਼ਾਮਸ ਦੇ ਵਿੱਚ ਕੁਐਸਚਨ ਆਉਂਦੇ ਨੇ। ਸੋ ਇਸੇ ਲਈ ਮੈਂ ਤੁਹਾਨੂੰ ਹਮੇਸ਼ਾ ਫੋਕਸ ਕਰਦੀ ਹਾਂ ਵੀ ਥਿਊਰੀ ਤਿਆਰ ਕਰਕੇ ਜਾਓ, ਕਿਉਂਕਿ ਜੋ ਤੁਸੀਂ ਥਿਊਰੀ ਤਿਆਰ ਕਰਦੇ ਹੋ ਤੁਹਾਡੇ ਦਿਮਾਗ ਦੇ ਵਿੱਚ ਇੱਕ ਪੂਰੀ ਸਟੋਰੀ ਕ੍ਰੀਏਟ ਹੋ ਜਾਂਦੀ ਹੈ। ਸੋ ਜਦੋਂ ਤੁਹਾਨੂੰ ਕੋਈ ਚੀਜ਼ ਦੀ ਪੂਰੀ ਸਟੋਰੀ ਪਤਾ ਹੋ, ਐਗਜ਼ਾਮ ਦੇ ਵਿੱਚ 90% ਚਾਂਸਿਸ ਵੱਧ ਜਾਂਦੇ ਨੇ ਕਿ ਤੁਸੀਂ ਆਪਸ਼ਨ ਸਹੀ ਟਿਕ ਕਰਕੇ ਆਓਗੇ। ਸੋ ਨੈਕਸਟ ਕਪੂਰਥਲਾ। ਕਪੂਰਥਲਾ ਇੱਕ ਪੁਰਾਣੀ ਪ੍ਰਿੰਸਲੀ ਸਟੇਟ ਸੀ। ਸੋ ਉਰੇ JCT ਮਿਲ, ਪੁਸ਼ਪਾ ਗੁਜਰਾਲ ਸਾਇੰਸ ਸਿਟੀ। ਦੈਨ SPS ਨਗਰ ਜਿਹਨੂੰ ਆਪਾਂ ਨਵਾਂ ਸ਼ਹਿਰ ਦੇ ਨਾਮ ਦੇ ਨਾਲ ਜਾਣਦੇ ਹਾਂ, ਇਹ ਜ਼ਿਲ੍ਹਾ ਬਣਿਆ 1995 ਵਿੱਚ। Then Barnala was also once part of princely state of Patiala
ਬਰਨਾਲਾ ਡਿਸਟ੍ਰਿਕਟ ਬਣਿਆ 2006 ਵਿੱਚ। ਬਰਨਾਲਾ ਨੂੰ ਉਹਦੀ ਥਿਨਲੀ ਪੋਪੂਲੇਟਡ ਡਿਸਟ੍ਰਿਕਟ ਕਰਕੇ ਆਪਾਂ ਜਾਣਦੇ ਹਾਂ ਐਸ ਪਰ 2011 ਸੈਂਸਸ। ਦੈਨ ਬਠਿੰਡਾ ਮਾਲਵਾ ਰੀਜਨ ਦਾ ਹਾਰਟ ਮੰਨਿਆ ਜਾਂਦਾ ਹੈ ਤੇ ਬਠਿੰਡਾ ਦੇ ਬਾਰੇ ਇਬਨ ਬਤੂਤਾ ਨੇ ਆਪਣੀ ਰਾਈਟਿੰਗਸ ਦੇ ਵਿੱਚ ਵੀ ਲਿਖਿਆ ਸੀ। ਆਲਸੋ ਬਠਿੰਡਾ ਤੋਂ ਹੀ ਪਹਿਲੀ ਫੀਮੇਲ ਮੁਹੰਮਦਨ ਰੂਲਰ ਦਿੱਲੀ ਸਲਤਨਤ ਦੀ ਬੇਗਮ ਰਜ਼ੀਆ ਸੁਲਤਾਨ ਖੜੇ ਸੀ। ਦੈਨ ਜਿਹੜੀ ਸਿਟੀ ਹੈ ਉਰੇ ਰੇਲਵੇਜ਼ ਦਾ ਇੱਕ ਬਹੁਤ ਵੱਡਾ ਜੰਕਸ਼ਨ ਹੈ। ਦੈਨ ਫਰੀਦਕੋਟ ਡਿਸਟ੍ਰਿਕਟ ਬਣਿਆ 1972 ਵਿੱਚ ਐਂਡ ਨੇਮਡ ਆਫਟਰ ਸੂਫੀ ਸੇਂਟ ਬਾਬਾ ਸ਼ੇਖ ਫਰੀਦ ਜੀ। Then district Fazilka, 21st district of Punjab, which lies in cotton producing belt. So ਏਦਾਂ ਦੇ ਵੀ ਕਈ ਵਾਰੀ question ਆ ਜਾਂਦੇ ਨੇ ਤੇ ਇਹਨੂੰ ਆਪਾਂ ਕਿੰਨੂ ਤੇ ਹੋਰ citrus product ਜਿਹੜੇ fruits ਨੇ ਉਹਨਾਂ ਦੀ production ਦੇ ਲਈ ਵੀ ਜਾਣਦੇ ਹਾਂ। ਉਸ ਤੋਂ ਬਾਅਦ ਫਿਰੋਜ਼ਪੁਰ, ਇਹਦੀ historical ਬਹੁਤ ਜ਼ਿਆਦਾ importance ਹੈ। Then ਲੁਧਿਆਣਾ ਜਿਹਨੂੰ ਲੋਧੀ ਡਾਇਨੈਸਟੀ ਦੇ ਰੂਲਰਸ ਨੇ ਇਨਹੈਬਿਟ ਕੀਤਾ ਸੀ 1480 ਵਿੱਚ। ਦੈਨ ਲੁਧਿਆਣਾ PAU ਕਰਕੇ ਹੋਜ਼ਰੀ ਇੰਡਸਟਰੀ ਕਰਕੇ ਬਹੁਤ ਫੇਮਸ ਹੈ। ਉਸ ਤੋਂ ਬਾਅਦ 1992 ਵਿੱਚ ਮਾਨਸਾ ਡਿਸਟ੍ਰਿਕਟ ਬਣਿਆ। ਮਾਨਸਾ ਨੂੰ ਲੈਂਡ ਆਫ ਵਾਈਟ ਗੋਲਡ ਕਹਿੰਦੇ ਆ ਕਿਉਂਕਿ ਇਹ ਕਾਟਨ ਦੇ ਵਿੱਚ ਬਹੁਤ ਜ਼ਿਆਦਾ ਰਿਚ ਹੈ। ਸੋ ਰਿਚ ਕਾਟਨ ਗਰੋਇੰਗ ਰੀਜਨ ਹੈ। ਸੋ ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ ਐਗਜ਼ਾਮ ਲਈ। ਨੈਕਸਟ ਮੋਗਾ 17 ਡਿਸਟ੍ਰਿਕਟ ਬਣਿਆ 1995 ਵਿੱਚ ਪੰਜਾਬ ਦਾ। ਉਸ ਤੋਂ ਬਾਅਦ ਮੁਕਤਸਰ also find its inception in 1995 while it name find relation with historical event connected with Shri Guru Gobind Singh ਜੀ। ਸੰਗਰੂਰ ਜਿਹੜਾ ਜੀਨ ਸਟੇਟ ਦੀ ਕੈਪੀਟਲ ਸੀ ਕਿਸੇ ਸਮੇਂ। ਸੋ ਉਰੇ ਵੀ ਬਹੁਤ ਜ਼ਿਆਦਾ ਡਾਇਵਰਸਿਟੀ ਹੈ। Its southern region resembles of ਪੁਆਧੀ region। ਸੋ ਜਿਹੜਾ ਪੁਆਧ ਰੀਜਨ ਹੈ ਸੰਗਰੂਰ ਜ਼ਿਲ੍ਹੇ ਦੇ ਸਾਊਥ ਰੀਜਨ ਦੇ ਨਾਲ ਥੋੜਾ ਬਹੁਤ ਮਿਲਦਾ ਜੁਲਦਾ ਹੈ, ਰਿਜ਼ੈਂਬਲ ਕਰਦਾ ਹੈ। Then Fatehgarh Sahib, named after the youngest Sahibzada of Guru Gobind Singh Ji, Baba Fateh Singh, came up as a district in 1992. ਉਸ ਤੋਂ ਬਾਅਦ ਰੂਪਨਗਰ ਦੀ ਜੇ ਗੱਲ ਕਰੀਏ ਜਿਹਨੂੰ ਆਪਾਂ ਰੋਪੜ ਕਹਿੰਦੇ ਸੀ ਪਹਿਲਾਂ, ਸੋ ਇਹਦੇ ਵਿੱਚ ਇਨਹੈਬਿਟਡ ਸਟਾਰਟ ਹੋਈ ਇਨਹੈਬਿਟੇਸ਼ਨ 11 ਸੈਂਚੁਰੀ ਵਿੱਚ। ਸੋ ਇਹ ਸਤਲੁਜ ਦਰਿਆ ਦੇ ਕੰਢੇ ਉੱਤੇ ਸਿਚੁਏਟਡ ਹੈ। This city formed boundary of Maharaja Ranjit Singh's empire. Towards its west, SCS Nagar came up as district 2006, still better known as Mohali. So ਪੰਜਾਬ physical feature, ਪੰਜਾਬ ਦਾ ਜਿਹੜਾ ਏਰੀਆ ਪਹਿਲੀ ਚੀਜ਼ ਤਾਂ mostly plain ਹੈ, ਦੂਜੀ ਚੀਜ਼ ਬਹੁਤ ਜ਼ਿਆਦਾ fertile ਹੈ। ਸੋ ਹੁਣ ਜੇ ਆਪਾਂ ਇਹਦੇ ਜੋਗ੍ਰਾਫਿਕਲ ਵੇਰੀਏਸ਼ਨਸ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਤਰ੍ਹਾਂ ਦੀ ਫਾਰਮੇਸ਼ਨਸ ਨੇ, ਉਹਨਾਂ ਬਾਰੇ ਅੱਗੇ ਆਪਾਂ ਡੀਟੇਲ 'ਚ ਦੇਖਾਂਗੇ। ਇਹ ਤੁਸੀਂ ਪੰਜਾਬ ਦਾ ਜੋਗ੍ਰਾਫਿਕਲ ਮੈਪ ਦੇਖ ਸਕਦੇ ਹੋ, ਹਰਿਆਣਾ, ਰਾਜਸਥਾਨ, ਪਾਕਿਸਤਾਨ, ਜੰਮੂ ਕਸ਼ਮੀਰ, ਹਿਮਾਚਲ। ਸੋ ਇਹ ਕੁਝ ਬਾਰਡਰ ਏਰੀਆਜ਼ ਨੇ। ਦੈਨ ਵੀ ਹੈਵ ਰਿਵਰਸ। ਸੋ ਟੋਪੋਗ੍ਰਾਫੀ ਦੀ ਜੇ ਗੱਲ ਕਰੀਏ ਆਪਾਂ ਉਹਦੇ ਅਰੇਂਜਮੈਂਟ ਦੀ ਵੀ, ਨੈਚੁਰਲੀ, ਆਰਟੀਫਿਸ਼ੀਅਲੀ, ਫਿਜ਼ੀਕਲ ਫੀਚਰਸ ਕੀ ਨੇ ਪੰਜਾਬ ਦੇ ਏਰੀਆ ਦੇ, ਤਾਂ ਜਿਹੜਾ ਇਹਦਾ ਪੂਰਾ ਲੈਂਡਸਕੇਪ ਹੈ ਜੇ ਆਪਾਂ ਉਹਦੀ ਹਾਈਟ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਡਿਫਰੈਂਸ ਹੈ। ਕੁਝ ਏਰੀਆਜ਼ ਉੱਚੇ ਨੇ, ਕੁਝ ਏਰੀਆਜ਼ ਨੀਵੇਂ ਨੇ। In east and northeast Punjab, Shivalik mountains are situated like an arc towards the southwest and dunes are found. So ਤੁਸੀਂ ਦੇਖ ਸਕਦੇ ਹੋ plains ਹੈ, Shivalik mountains ਹੈ, dunes ਹੈ। ਸੋ ਜਿਹੜਾ ਪੂਰਾ ਪੰਜਾਬ ਦਾ ਰਿਲੀਫ ਹੈ, ਏਰੀਆ ਹੈ, ਉਹਨੂੰ ਆਪਾਂ ਨੇ ਕੁਝ ਕੈਟੇਗਰੀਜ਼ ਦੇ ਵਿੱਚ ਵੰਡਿਆ ਹੈ। ਸਭ ਤੋਂ ਪਹਿਲਾਂ ਆਪਾਂ ਪੜਾਂਗੇ ਸ਼ਿਵਾਲਿਕ ਹਿਲ ਬਾਰੇ। ਸੋ ਸ਼ਿਵਾਲਿਕ ਹਿਲਸ ਨੂੰ 3 ਪਾਰਟਸ ਦੇ ਵਿੱਚ ਵੰਡਿਆ, ਪਠਾਨਕੋਟ ਸ਼ਿਵਾਲਿਕ, ਹੁਸ਼ਿਆਰਪੁਰ ਸ਼ਿਵਾਲਿਕ, ਰੋਪੜ। ਪਹਿਲੀ ਚੀਜ਼ ਤਾਂ ਤੁਸੀਂ ਐਗਜ਼ਾਮ ਦੇ ਲਈ ਇਹ ਤਿਆਰ ਕਰ ਲਓ ਵੀ ਕਿਹੜੀਆਂ 3 ਜਗ੍ਹਾ ਨੇ, ਡਿਸਟ੍ਰਿਕਟ ਨੇ ਜਿਨ੍ਹਾਂ ਦੇ ਨਾਲ ਸ਼ਿਵਾਲਿਕ ਹਿਲ ਜੁੜੇ ਹੋਏ ਨੇ, ਪਠਾਨਕੋਟ, ਹੁਸ਼ਿਆਰਪੁਰ, ਰੋਪੜ। ਸੋ ਪਠਾਨਕੋਟ ਹੈ ਰਾਵੀ ਤੇ ਬਿਆਸ ਦਾ ਪੋਰਸ਼ਨ, ਹੁਸ਼ਿਆਰਪੁਰ ਸਤਲੁਜ ਤੇ ਬਿਆਸ, ਰੋਪੜ ਸਤਲੁਜ ਤੇ ਘੱਗਰ। Shivalik hills are part of Middle Himalaya. These hills run along border of Himachal in the east of Punjab. So east ਵੀ ਤੁਸੀਂ word direction ਯਾਦ ਰੱਖਣੀ ਹੈ। ਤੇ ਜਿਹੜੀ ਇਹਨਾਂ ਦੀ average width ਹੈ ਉਹ 5 ਤੋਂ 12 ਕਿਲੋਮੀਟਰ ਹੈ। Average height sea level ਤੋਂ ਉੱਪਰ ਆਉਂਦੇ ਨੇ 600 ਤੋਂ 1500 ਮੀਟਰ। Then ਜੇ ਆਪਾਂ ਸ਼ਿਵਾਲਿਕ ਦੇ origin ਦੀ ਗੱਲ ਕਰੀਏ ਤਾਂ ਜਦੋਂ ਹਿਮਾਲਿਅਨ ਰੇਂਜ ਬਣੀ, ਤਿਆਰ ਹੋਈ ਤਾਂ mud, clay soil, stone, rock ਇੱਕ ਟੀਥਿਸ ਦੇ ਉੱਤੇ ਇੱਕ ਬਹੁਤ ਵੱਡਾ ਜੀਓਸਿੰਕਲਾਈਨ ਸੀ, ਉਹਦੇ ਉੱਤੇ ਡਿਪੋਜ਼ਿਟ ਹੋ ਗਏ।
ਸੋ ਇਹੀ ਡੈਪੋਜੀਸ਼ਨਸ ਬਾਅਦ ਵਿੱਚ ਸ਼ਿਵਾਲਿਕ ਦੇ ਰੂਪ ਦੇ ਵਿੱਚ ਸਾਹਮਣੇ ਆਈਆਂ। ਸੋ ਇੱਕ ਹੋਰ ਵਿਊ ਮੰਨਿਆ ਜਾਂਦਾ ਹੈ ਸ਼ਿਵਾਲਿਕ ਦੇ origin ਤੋਂ ਕਿ ਮਿਡਲ ਮਾਈਸੋਸੀਨ ਪੀਰੀਅਡ ਦੇ ਵਿੱਚ ਜਦੋਂ ਹਿਮਾਲਿਆਸ ਤਿਆਰ ਹੋਏ ਤਾਂ ਇੱਕ ਡੀਪ ਤੇ ਸ਼ੈਲੋ ਸੀ ਜਿਹੜਾ ਹਿਮਾਲਿਆਸ ਦੇ ਅੱਗੇ ਤਿਆਰ ਹੋ ਗਿਆ ਸੀ। For many years soil rock were continuously deposited। ਸੋ ਇਹ ਮੰਨਿਆ ਜਾਂਦਾ ਕਿ ਹਿਮਾਲਿਆਸ ਦੇ ਅੱਗੇ ਇੱਕ ਜਿਹੜਾ ਡੀਪ ਬਹੁਤ ਡੂੰਘਾ ਸੀ ਆ ਗਿਆ ਸੀ, ਉੱਥੇ ਜਦੋਂ ਮਿੱਟੀ ਰੌਕ ਕੰਟੀਨਿਊਸਲੀ ਕਾਫੀ ਸਾਲਾਂ ਤੱਕ ਇਕੱਠੇ ਹੁੰਦੇ ਰਹੇ ਤਾਂ ਉਹ ਜਿਹੜੀ ਡੈਪੋਜੀਸ਼ਨ ਸੀ ਉਹਦੇ ਨਾਲ ਸ਼ਿਵਾਲਿਕ ਮਾਊਂਟੇਨ ਬਣੇ। ਸੋ ਗੁਰਦਾਸਪੁਰ ਪਠਾਨਕੋਟ ਸ਼ਿਵਾਲਿਕ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਇਹ ਬੇਸਿਕਲੀ ਗੁਰਦਾਸਪੁਰ ਡਿਸਟ੍ਰਿਕਟ ਤੇ ਪਠਾਨਕੋਟ ਡਿਸਟ੍ਰਿਕਟ ਵਿੱਚ ਐਕਸਟੈਂਡ ਕਰਦਾ ਹੈ। ਦੈਨ ਤਰਕਾਲਾ ਬਲਾਕ ਹੈ ਜਿਹੜਾ ਡਿਸਟ੍ਰਿਕਟ ਪਠਾਨਕੋਟ ਦਾ ਉਹ ਇਸ ਰੇਂਜ ਦੇ ਵਿੱਚ ਸਿਚੁਏਟਡ ਹੈ। ਸੋ ਇਹ ਤੁਸੀਂ ਨਾਮ ਯਾਦ ਰੱਖਣਾ ਹੈ। ਜਿਹੜੀ ਐਵਰੇਜ ਹਾਈਟ ਹੈ ਇਹ ਹਿਲਸ ਦੀ ਉਹ 1000 ਮੀਟਰ ਤੱਕ ਹੈ। ਸੀਜ਼ਨਲ ਰਿਵਰ ਚੱਕੀ ਖੱਡ ਤੇ ਉਹਦੀ ਟ੍ਰਾਇਬਿਊਟਰੀਜ਼ ਇਸ ਏਰੀਆ ਦੇ ਵਿੱਚੋਂ ਫਾਲ ਕਰਦੀਆਂ ਨੇ। ਦੈਨ ਹੁਸ਼ਿਆਰਪੁਰ ਸ਼ਿਵਾਲਿਕ ਰੇਂਜ ਜਿਹੜੀ ਇਹ ਰੇਂਜ ਹੈ ਇਹ ਬਿਆਸ ਤੇ ਸਤਲੁਜ ਰਿਵਰ ਦੇ ਵਿੱਚ ਹੈ। ਦੈਨ ਮੇਨ ਡਿਸਟ੍ਰਿਕਟਸ ਤੁਸੀਂ ਦੇਖ ਲਓ ਹੁਸ਼ਿਆਰਪੁਰ, ਐਸਪੀਐਸ ਨਗਰ, ਨੂਰਪੁਰ ਬੇਦੀ ਬਲਾਕ ਆਫ ਰੋਪੜ। ਤਲਵਾੜਾ ਇਹਦੀ ਹਾਈਐਸਟ ਬਲਾਕ ਹੈ। ਇਹ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ ਐਗਜ਼ਾਮ ਲਈ। ਹੁਸ਼ਿਆਰਪੁਰ ਸ਼ਿਵਾਲਿਕ ਰੇਂਜ ਦੀ ਹਾਈਐਸਟ ਬਲਾਕ ਕਿਹੜੀ ਹੈ? ਤਲਵਾੜਾ। ਦੈਨ ਉਸ ਤੋਂ ਬਾਅਦ ਜੇ ਆਪਾਂ ਸਾਊਥ ਵਿੱਚ ਦੇਖੀਏ ਤਾਂ ਜਿਹੜੀ ਇਹ ਰੇਂਜ ਹੈ ਇਹਨੂੰ ਕੱਟੜ ਧਾਰ ਦੇ ਨਾਮ ਦੇ ਨਾਲ ਜਾਣਦੇ ਆ। ਰੋਪੜ ਸ਼ਿਵਾਲਿਕ ਸਤਲੁਜ ਤੇ ਘੱਗਰ ਦੇ ਵਿਚਾਲੇ ਹੈ। ਸੋ ਇਹ ਤੁਸੀਂ ਚੀਜ਼ ਯਾਦ ਰੱਖਣੀ ਹੈ। ਹਿਮਾਚਲ ਦਾ ਜਿਹੜਾ ਬਾਰਡਰ ਹੈ ਉਹਦੇ ਨਾਲ ਨਾਰਥ ਵੈਸਟ ਤੋਂ ਸਾਊਥ ਈਸਟ ਤੱਕ ਐਕਸਟੈਂਡ ਕਰਦੀ ਹੈ। ਦੈਨ ਹੋਰ ਸ਼ਿਵਾਲਿਕ ਦੀ ਰੇਂਜ ਦੀ ਤਰ੍ਹਾਂ ਜਿਹੜੀ ਇਹ ਰੇਂਜ ਹੈ ਇਹਦੇ ਵਿੱਚ ਵੀ ਕੋਈ ਸੀਜ਼ਨਲ ਡਰੇਨਸ ਨੇ ਜਿਹਨਾਂ ਨੂੰ ਆਪਾਂ ਚੋਸ ਕਹਿੰਦੇ ਆ ਤੇ ਇਹ ਰੇਂਜ ਦੇ ਵਿੱਚ ਇਹਨਾਂ ਨੂੰ ਆਪਾਂ ਰਾਓ ਜਾਂ ਗੜ ਕਹਿੰਦੇ ਆ। ਉਸ ਤੋਂ ਬਾਅਦ ਆਉਂਦਾ ਹੈ ਕਾਂਡੀ ਏਰੀਆ। ਸ਼ਿਵਾਲਿਕ ਹਿਲਸ ਦੇ ਵੈਸਟ ਉੱਤੇ ਤੇ ਨੂਰਪੁਰ ਬੇਦੀ ਬਲਾਕ ਦੇ ਜਦੋਂ ਆਪਾਂ ਈਸਟ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰਾ ਕੋਰਸ ਕੋਈ ਪਥਰੀਲਾ ਛੋਟਾ ਗ੍ਰੇਨਡ ਮਟੀਰੀਅਲ ਹੈ ਜਿਹੜਾ ਇਕੱਠਾ ਹੋ ਕੇ ਕਾਂਡੀ ਏਰੀਆ ਤਿਆਰ ਕਰਦਾ ਹੈ। ਇਹਦੇ ਬਾਰੇ ਐਗਜ਼ਾਮ ਵਿੱਚ ਬਹੁਤ ਵਾਰੀ ਕੁਐਸਚਨ ਪੁੱਛੇ ਗਏ ਨੇ। ਸੋ ਉਸ ਤੋਂ ਬਾਅਦ ਜਿਹੜਾ ਟੋਟਲ ਏਰੀਆ ਹੈ ਇਹ 4 ਲੱਖ ਹੈਕਟੇਅਰ ਦਾ ਹੈ ਤੇ 5 ਡਿਸਟ੍ਰਿਕਟ ਤੱਕ ਐਕਸਟੈਂਡਡ ਹੈ। ਕੁੱਲ 22 ਬਲਾਕ ਆਉਂਦੇ ਨੇ ਕਾਂਡੀ ਏਰੀਆ ਦੇ ਅੰਦਰ। ਸੋ ਜਿਹੜਾ ਲੈਵਲ ਹੈ ਅੰਡਰਗਰਾਉਂਡ ਵਾਟਰ ਦਾ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਲੋ ਹੈ ਤੇ ਮੇਨਲੀ ਜਦੋਂ ਆਪਾਂ ਅਨੰਦਪੁਰ ਸਾਹਿਬ ਦੇ ਨੇੜੇ ਦੀ ਗੱਲ ਕਰਦੇ ਹਾਂ ਤਾਂ ਉੱਥੇ ਜਿਹੜਾ ਕਾਂਡੀ ਏਰੀਆ ਹੈ ਉਹਨੂੰ ਨਾਮ ਦਿੱਤਾ ਗਿਆ ਚੰਗਾਰ ਦਾ ਤੇ ਇਨ ਦ ਰੀਜਨ ਨੀਅਰ ਸਰਸਾ ਰਿਵਰ ਗੜ। ਸੋ ਇਹ ਵੀ ਤੁਸੀਂ ਯਾਦ ਰੱਖਣੇ ਨੇ ਅਲੱਗ-ਅਲੱਗ ਨਾਮ ਕਾਂਡੀ ਏਰੀਆ ਦੇ। ਦੈਨ ਐਲੂਵੀਅਲ ਪਲੇਨ ਸੈਕਿੰਡ। ਸੋ ਆਪਾਂ ਨੇ ਸ਼ਿਵਾਲਿਕਸ ਦੀ ਗੱਲ ਕਰ ਲਈ, ਹੁਣ ਆਪਾਂ ਆਵਾਂਗੇ ਪਲੇਨ ਏਰੀਆ ਤੇ। ਪੰਜਾਬ ਦਾ 70% ਏਰੀਆ ਐਲੂਵੀਅਲ ਪਲੇਨ ਹੈ ਤੇ ਇਹਨੂੰ ਆਪਾਂ ਮੇਨ 3 ਜੀਓਗ੍ਰਾਫੀਕਲ ਯੂਨਿਟਸ ਦੇ ਵਿੱਚ ਡਿਵਾਈਡ ਕੀਤਾ ਹੈ। ਸੋ ਦੁਆਬ ਕੀ ਹੁੰਦਾ ਹੈ? ਕਿਸੇ ਵੀ ਦੋ ਰਿਵਰਸ ਦੇ ਵਿਚਾਲੇ ਵਾਲੇ ਏਰੀਆ ਨੂੰ ਆਪਾਂ ਦੁਆਬ ਕਹਿੰਦੇ ਆ। ਸੋ ਇਹ ਤੁਸੀਂ ਇਹਦਾ ਲਿਟਰਲ ਮੀਨਿੰਗ ਸਮਝ ਲਓ। ਹੁਣ ਆਪਾਂ ਗੱਲ ਕਰਾਂਗੇ ਐਲੂਵੀਅਲ ਪਲੇਨਸ ਦੀ। ਬੜੀ ਦੁਆਬ, ਦੈਨ ਬਿਸਟ ਦੁਆਬ, ਸੂਝ ਦੁਆਬ। ਸੂਝ ਹੈ ਸਤਲੁਜ ਜਮੁਨਾ, ਬਿਸਟ ਬਿਆਸ ਸਤਲੁਜ, ਬੜੀ ਬਿਆਸ ਤੇ ਰਾਵੀ। ਸੋ ਇਹਦੇ ਅੰਦਰ ਜਿਹੜੇ ਐਲੂਵੀਅਲ ਪਲੇਨ ਏਰੀਆਜ਼ ਆ ਰਹੇ ਨੇ ਉਹ ਨੇ ਰਾਵੀ ਸਾਕੀ, ਦੈਨ ਕਿਰਨ ਸਾਕੀ, ਕਿਰਨ ਉਡਿਆਰਾ, ਉਡਿਆਰਾ ਕਸੂਰ, ਕਸੂਰ ਪੱਟੀ, ਪੱਟੀ ਬਿਆਸ। ਵੈਸਟਰਨ ਦੁਆਬ, ਮੰਝਕੀ ਦੁਆਬ, ਟੱਕ, ਬੇਟ, ਖੱਦਰ। ਕੋਟਕਪੂਰਾ ਪਲੈਟਿਊ, ਦੈਨ ਪੁਆਧ, ਨਾਲੀ, ਫਲੱਡ ਪਲੇਨ, ਸੈਂਡ ਡਿਊਨ। ਸੋ ਇਹ ਕੁਝ ਨਾਮ ਦਿੱਤੇ ਗਏ ਨੇ ਪਲੇਨਸ ਨੂੰ ਪੰਜਾਬ ਦੇ ਅੰਦਰ। ਸੋ ਨੈਕਸਟ ਇਜ਼ ਪਲੇਨਸ ਆਫ ਪੰਜਾਬ। ਸੋ ਰਾਵੀ ਤੇ ਬਿਆਸ ਜਿਹੜਾ ਏਰੀਆ ਹੈ ਬੜੀ ਦੁਆਬ, ਇਹਦੇ ਅੰਦਰ 4 ਡਿਸਟ੍ਰਿਕਟ ਨੇ। ਮਾਝਾ ਏਰੀਆ, ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਬੜੀ ਦੁਆਬ ਨੂੰ ਆਪਾਂ ਮਾਝਾ ਏਰੀਆ ਕਹਿੰਦੇ ਆ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ। ਦੈਨ ਦੁਆਬਾ ਆ ਗਿਆ ਸਤਲੁਜ ਤੇ ਬਿਆਸ ਵਾਲਾ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਐਸਪੀਐਸ ਨਵਾਂ ਸ਼ਹਿਰ। ਮਾਲਵਾ ਸਭ ਤੋਂ ਵੱਡਾ, ਬਾਕੀ ਜੋ ਰਿਮੇਨਿੰਗ ਡਿਸਟ੍ਰਿਕਟ ਹੈ ਉਹ ਆਉਂਦੀਆਂ ਨੇ ਇਸ ਲਾਰਜੈਸਟ ਰੀਜਨ ਦੇ ਵਿੱਚ। ਸੋ ਇਹ ਤੁਸੀਂ ਦੇਖ ਸਕਦੇ ਹੋ embankments of ਸਤਲੁਜ ਰਿਵਰ। ਸੋ ਐਸਪੀਐਸ ਨਗਰ ਹੈ। ਸੋ ਇਹ ਤੁਸੀਂ ਸਾਰੇ ਜੇ ਨਾਲ ਰੈਫਰੈਂਸ ਲੈਣੀ ਹੋਵੇ ਜੀਓਗ੍ਰਾਫੀਕਲ ਲੋਕੇਸ਼ਨ ਦੀ ਇਸ ਪੂਰੇ ਟੌਪਿਕ ਨੂੰ ਹੋਰ ਡੀਪਲੀ ਸਮਝਣ ਦੇ ਲਈ ਤਾਂ ਤੁਸੀਂ ਇਹ ਸਾਰੀਆਂ ਪਿਕਚਰਸ ਦੇਖ ਸਕਦੇ ਹੋ।
ਦੈਨ ਜੇ ਆਪਾਂ ਪੰਜਾਬ ਪਲੇਨ ਦੀ origin ਦੀ ਗੱਲ ਕਰੀਏ, ਜਿਵੇਂ ਆਪਾਂ ਨੇ ਸ਼ਿਵਾਲਿਕ ਦੇਖਿਆ ਵੀ ਉਹ ਕਿੱਥੋਂ origin ਹੋਏ, ਸੋ ਉਹ ਮਿਡਲ ਹਿਮਾਲਿਆਜ਼ ਨੇ। ਹੁਣ ਪੰਜਾਬ ਪਲੇਨ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਪਲੇਨ ਜਿਹੜਾ ਇੰਦਸ ਗੰਗਾ ਪਲੇਨ ਹੈ ਉਹਦਾ ਹਿੱਸਾ ਨੇ। ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਜਿਹੜੇ ਇਹ ਪਲੇਨਸ ਨੇ ਇਹ ਐਲੂਵੀਅਮ ਦੀ ਡਿਪੋਜ਼ਿਸ਼ਨ ਨਾਲ ਬਣਦੇ ਨੇ। ਆਲਸੋ ਜੋ ਇੰਦਸ ਦੇ ਦੁਆਰਾ ਡਿਪੋਜ਼ਿਟਡ ਹੈ, then ਉਹਦੀਆਂ tributaries ਰਾਵੀ, ਬਿਆਸ, ਸਤਲੁਜ which they have brought down from Himalayas. ਬੇਟ ਐਂਡ ਖੱਡਰ ਪਲੇਨ। ਸੋ ਬੇਟ ਐਂਡ ਖੱਦਰ ਪਲੇਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਜਿਹੜੀ ਪਲੇਨਸ ਦੇ ਵਿੱਚ ਰਿਵਰਸ ਨੇ ਉਹ ਆਪਣਾ ਟਾਈਮ ਟੂ ਟਾਈਮ ਕਈ ਵਾਰੀ ਰੂਟ ਬਦਲਦੀਆਂ ਰਹਿੰਦੀਆਂ ਨੇ। ਇਹਦੇ ਨਾਲ ਬਹੁਤ ਸਾਰੇ ਬਲਫ ਆਉਂਦੇ ਨੇ। ਸੋ ਬਲਫ ਕੀ ਹੁੰਦੇ ਨੇ, ਰਿਵਰਸ ਦੀ ਸਾਈਡਸ ਦੇ ਉੱਤੇ ਬਣ ਜਾਂਦੇ ਨੇ ਜਿਨ੍ਹਾਂ ਦੀ ਹਾਈਟ 1 ਤੋਂ 6 ਮੀਟਰ ਤੱਕ ਹੁੰਦੀ ਹੈ। ਜੇ ਤੁਸੀਂ ਲੁਧਿਆਣੇ ਤੋਂ ਜਲੰਧਰ ਤੱਕ ਬਾਏ ਰੋਡ ਟਰੈਵਲ ਕਰੋ ਤਾਂ ਜਦੋਂ ਤੁਸੀਂ ਸਤਲੁਜ ਦਾ ਫਿਲੌਰ ਉੱਤੇ ਜਿਹੜਾ ਮੇਨ ਬ੍ਰਿਜ ਆਉਂਦਾ ਉਹਨੂੰ ਕ੍ਰਾਸ ਕਰਨ ਤੋਂ ਪਹਿਲਾਂ ਦੇਖੋਗੇ ਤਾਂ ਤੁਹਾਨੂੰ ਸਾਈਡਸ ਤੇ ਬਹੁਤ ਸਾਰੇ ਬਲਫ ਦਿਖਣਗੇ। ਸੋ ਜਿਹੜਾ ਏਰੀਆ ਹੈ ਰਿਵਰ ਬੈਂਕਸ ਦੇ ਨੇੜੇ ਵਾਲਾ ਕੋਈ ਵੀ ਏਰੀਆ ਹੁੰਦਾ ਕਿਸੇ ਵੀ ਦਰਿਆਵਾਂ ਦੇ ਕੰਢੇ ਵਾਲਾ ਉਹਨੂੰ ਆਪਾਂ ਬੇਟ ਏਰੀਆ ਕਹਿੰਦੇ ਆ। ਸੋ ਬਿਕੋਜ਼ ਆਫ ਫਲੱਡਸ ਇਨ ਦਿਸ ਏਰੀਆ ਨਿਊ ਸੋਇਲ ਡਿਪੋਜ਼ਿਟਡ, ਉੱਥੇ ਹੜ੍ਹ ਵਗੈਰਾ ਆਉਂਦੇ ਰਹਿੰਦੇ ਨੇ ਤਾਂ ਨਵੀਂ ਸੋਇਲ ਹਰ ਸਾਲ ਉੱਥੇ ਡਿਪੋਜ਼ਿਟ ਹੁੰਦੀ ਰਹਿੰਦੀ ਹੈ। ਤੇ ਜਿਹੜੇ ਇਹ ਏਰੀਆਜ਼ ਨੇ ਇਹਨਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਨਾਮ ਦਿੱਤੇ ਨੇ। ਗੜ ਹੋ ਗਿਆ, ਟਿੱਲਾ, ਬੇਟ, ਮੰਡ। ਸੋ ਜਿਹੜੇ ਇਹ ਏਰੀਆ ਨੇ ਅਨੰਦਪੁਰ ਸਾਹਿਬ ਦੇ ਨੇੜੇ ਬੇਟ ਖੱਡਰ ਏਰੀਆ ਨੂੰ ਆਪਾਂ ਬੇਲਾ ਦੇ ਨਾਮ ਨਾਲ ਜਾਣਦੇ ਹਾਂ। ਸੋ ਇਹ ਤੁਸੀਂ ਯਾਦ ਰੱਖਣਾ ਹੈ। Then geographically plain of Punjab are divided into 5 parts. Plains of area having chos, then floodplain, nali, alluvial plains, then we have sand dune, highland alluvial plain. So plains of area having chos. ਚੋਸ ਕੀ ਹੁੰਦੇ ਨੇ, ਛੋਟੀ ਮੋਟੀਆਂ ਜਿਹੜੀਆਂ ਸੀਜ਼ਨਲ ਕਿਤੋਂ ਕੋਈ ਪਾਣੀ ਨਿਕਲਦਾ ਉਹਨੂੰ ਆਪਾਂ ਚੋਸ ਕਹਿ ਦਿੰਦੇ ਆ। ਇਹ ਬੇਸਿਕਲੀ ਸ਼ਿਵਾਲਿਕ ਫੁੱਟਹਿਲਸ ਦੇ ਨੀਚੇ ਸਿਚੁਏਟਡ ਹੁੰਦੀਆਂ ਨੇ। So this area is full of chos and during rainy season this area usually has flood which result in loss of property and life. Stones are found in the soil of these area. Underground water level is very low. Then coming to flood plain. ਸੋ ਫਲੱਡ ਪਲੇਨ ਨੇ ਉਹ ਹੈਗੇ ਨੇ ਰਾਵੀ, ਬਿਆਸ, ਸਤਲੁਜ ਰਿਵਰਸ ਦੇ। ਉਸ ਤੋਂ ਬਾਅਦ ਆਪਣੇ ਕੋਲ ਇੱਕ ਹੋਰ ਏਰੀਆ ਆਉਂਦਾ ਘੱਗਰ ਰਿਵਰ ਦੇ ਨਾਲ ਸਾਊਥ ਈਸਟ ਦੇ ਵਿੱਚ, ਜਿਹੜਾ ਏਰੀਆ ਪਲੇਨ ਏਰੀਆ ਤਿਆਰ ਹੁੰਦਾ ਹੈ ਜਦੋਂ ਰਿਵਰਸ ਦੇ ਵਿੱਚੋਂ ਕੋਈ ਮਿੱਟੀ ਵਗੈਰਾ ਡਿਪੋਜ਼ਿਟ ਹੋ ਜਾਂਦੀ ਹੈ। ਸੋ ਬੇਸਿਕਲੀ ਉਹਦੇ ਨਾਲ ਇਹ ਸਾਰੇ ਪਲੇਨ ਏਰੀਆਜ਼ ਤਿਆਰ ਹੋਏ ਹੁੰਦੇ ਨੇ, ਉਹਨੂੰ ਆਪਾਂ ਨਾਲੇ ਕਹਿੰਦੇ ਆ। ਉਸ ਤੋਂ ਬਾਅਦ ਐਲੂਵੀਅਲ ਪਲੇਨ। Areas of Badi and Bisht Doab are made of alluvial soil. Both ਖੱਦਰ ਤੇ ਬੰਗਰ soil, old ਤੇ new alluvium ਇਸ ਏਰੀਆ ਉੱਤੇ ਮਿਲਦੀਆਂ ਨੇ। Then sand dune. ਸਤਲੁਜ ਰਿਵਰ ਦੇ southern part ਦੇ ਵਿੱਚ ਜਿਹੜਾ ਪਾਣੀ ਦਾ flow ਹੈ ਤੇ land ਹੈ ਉਹ ਸਾਰੀ ਘੱਗਰ ਰਿਵਰ ਦੇ ਵੱਲ ਜਾਂਦੀ ਹੈ। So at some time sand dune have been formed by flow of ਜੋ ਵੀ ਹੜ੍ਹ ਦਾ ਪਾਣੀ ਹੁੰਦਾ ਉਹਦੇ ਨਾਲ sand dunes ਤਿਆਰ ਹੁੰਦੇ ਨੇ। ਉਸ ਤੋਂ ਬਾਅਦ southern western and sand dune. ਸਾਊਥ ਵੈਸਟ ਜਿਹੜਾ ਪਾਰਟ ਹੈ ਪੰਜਾਬ ਦਾ, ਜੇ ਆਪਾਂ ਉੱਥੋਂ ਦੇ ਸੈਂਡ ਡਿਊਨਸ ਦੀ ਗੱਲ ਕਰੀਏ ਤਾਂ ਮੋਸਟਲੀ ਜਿਹੜਾ ਏਰੀਆ ਰਾਜਸਥਾਨ ਦੇ ਬਾਰਡਰ ਦੇ ਨਾਲ ਲੱਗਦਾ ਉੱਥੇ ਪਾਏ ਜਾਂਦੇ ਨੇ। ਤੇ ਕਲਾਈਮੇਟ ਇਸ ਏਰੀਏ ਦਾ ਬਹੁਤ ਹੀ ਜ਼ਿਆਦਾ ਸੁੱਕਾ ਸੈਮੀ ਐਰਿਡ ਕੈਟੇਗਰੀ ਦਾ ਹੁੰਦਾ ਹੈ। ਤੇ ਇਹ ਵੀ ਕਾਫੀ ਵਾਰੀ ਕੁਐਸਚਨ ਐਗਜ਼ਾਮ 'ਚ ਦੇਖਣ ਨੂੰ ਮਿਲਿਆ ਕਿ ਇਸ ਏਰੀਏ ਦੇ ਵਿੱਚ ਕਿਹੜੀਆਂ ਮੇਨ ਜਗ੍ਹਾ ਆਉਂਦੀਆਂ ਨੇ। ਸੋ ਉਹਨੇ ਬਠਿੰਡਾ, ਮਾਨਸਾ, ਫਾਜ਼ਿਲਕਾ, ਫਰੀਦਕੋਟ, ਸੰਗਰੂਰ, ਮੁਕਤਸਰ, southern parts of Dryt, Patiala, central portion of Firozpur. ਸੋ ਜੇ ਹੁਣ ਆਪਾਂ ਡਰੇਨੇਜ ਦੀ ਗੱਲ ਕਰੀਏ ਕਿ ਪੰਜਾਬ ਨੂੰ ਪਾਣੀ ਕਿੱਥੋਂ ਮਿਲਦਾ ਹੈ, ਕਿਹੜੀਆਂ ਮੇਨ ਰਿਵਰਸ ਨੇ, ਤਾਂ ਪੰਜਾਬ ਦਾ ਨਾਮ ਤਾਂ ਹੈ 5 ਦਰਿਆਵਾਂ ਦੀ ਧਰਤੀ। ਪਰ ਪੰਜਾਬ ਕੋਲ ਜਦੋਂ ਇੰਡੀਆ ਪਾਕਿਸਤਾਨ ਦੀ ਬੰਟਵਾਰਾ ਹੋਇਆ 1947 ਚ ਪਾਰਟੀਸ਼ਨ ਹੋਈ ਤਾਂ ਮੇਨ ਸਿਰਫ 3 ਰਿਵਰ ਰਹਿ ਗਈਆਂ ਈਸਟ ਪੰਜਾਬ ਕੋਲ, ਸਤਲੁਜ, ਬਿਆਸ, ਰਾਵੀ। ਤੇ ਪੰਜਾਬ ਦੇ ਵਿੱਚ ਕੁਝ ਸੀਜ਼ਨਲ ਰਿਵਰਸ ਵੀ ਨੇ ਜਿਵੇਂ ਕਾਲੀ ਬੇਨ, ਚਿੱਟੀ ਬੇਨ, ਸਾਕੀ ਕਿਰਨ, ਘੱਗਰ। ਸੋ ਇਹ ਤੁਸੀਂ ਯਾਦ ਰੱਖਣਾ ਹੈ ਕਿ ਇਹ ਨੇ ਸੀਜ਼ਨਲ ਰਿਵਰ। ਸੋ ਜੇ ਹੁਣ ਆਪਾਂ ਪੈਰੀਨੀਅਲ ਰਿਵਰਸ ਦੀ ਗੱਲ ਕਰੀਏ ਤਾਂ ਰਾਵੀ, ਬਿਆਸ ਐਂਡ ਸਤਲੁਜ। ਜੇ ਸੀਜ਼ਨਲ ਦੀ ਗੱਲ ਕਰੀਏ ਘੱਗਰ, ਚਿੱਟੀ ਬੇਨ, ਕਾਲੀ ਬੇਨ, ਸੋਹਨ ਰਿਵਰ, ਦੈਨ ਉਜ, ਸੋਵਨ, ਬਲਾਚੌਰ ਚੋ, ਅਨੰਦਪੁਰ ਚੋ, ਨੂਰਪੁਰ ਬੇਦੀ, ਸੁਖਨਾ, ਪਟਿਆਲਾ ਕਿਰਾਓ, ਜੈਂਤੀਆ ਦੇਵੀ ਕਿਰਾਓ। ਦੈਨ ਰੈਲਿਕਟ ਰਿਵਰਸ ਨੇ ਬੁੱਢਾ ਨਾਲਾ, ਸਾਕੀ ਕਿਰਨ ਨਾਲਾ। ਸੋ ਇਹ ਵੀ 2 ਚੀਜ਼ਾਂ ਇੰਪੋਰਟੈਂਟ ਯਾਦ ਰੱਖਣੀਆਂ।
सो कमिंग टू रावी, रावी रिवर हिमालयस चों निकलदी है। ਕਾਂਗੜਾ ਡਿਸਟ੍ਰਿਕਟ ਜੋ ਹਿਮਾਚਲ ਪ੍ਰਦੇਸ਼ ਵਿੱਚ ਹੈ ਉਹਦੇ ਮੁਲਥਨ ਤਹਿਸੀਲ ਦੇ ਵਿੱਚੋਂ ਮੇਨਲੀ ਇਹ ਓਰੀਜਿਨੇਟ ਹੁੰਦੀ ਹੈ। ਇਟ ਫਲੋਜ਼ ਅ ਨਾਰਥ ਵੈਸਟਰਲੀ ਕੋਰਸ ਤੇ ਇੱਕ ਪੈਰੀਨੀਅਲ ਰਿਵਰ ਹੈ। ਇਟ ਇਜ਼ ਦ ਸਮੋਲੈਸਟ ਆਫ 5 ਪੰਜਾਬ ਰਿਵਰ, ਸੋ ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ। then it flows through Bada Bengal, then Bada Bansu, Chamba district. It flows in rapid in its initial reaches with boulders seen scattered in the bed of river. For proper use of river, Madhopur headwork is constructed in Pathankot. So a important चीज याद रखनी है, माधोपुर एक headwork construct किया है पठानकोट district विच ते ਉਹ associated है रावी river ਦੇ ਨਾਲ। then ਉਸ ਤੋਂ ਬਾਅਦ ਜੇ ਆਪਾਂ ਪਾਕਿਸਤਾਨ ਚ ਗੱਲ ਕਰੀਏ ਤਾਂ ਵਿਲੇਜ ਕੱਕਰ ਦੇ ਥਰੂ ਪਾਕਿਸਤਾਨ ਚ ਐਂਟਰ ਹੁੰਦੀ ਹੈ ਤੇ ਜਾ ਕੇ ਚਨਾਬ ਨੂੰ ਮਿਲਦੀ ਹੈ ਬਾਵਲਪੁਰ ਚ। ਤੇ ਟ੍ਰਿਬਿਊਟਰੀਜ਼ ਦੀ ਗੱਲ ਕਰੀਏ ਤਾਂ ਉਜ ਰਿਵਰ ਸਭ ਤੋਂ ਇੰਪੋਰਟੈਂਟ ਰਿਵਰ ਹੈ ਕਠੂਆ ਡਿਸਟ੍ਰਿਕਟ ਦੀ ਤੇ ਇਹ ਟ੍ਰਿਬਿਊਟਰੀ ਹੈ ਰਾਵੀ ਦੀ। then ਜੇ ਆਪਾਂ ਮੇਜਰ ਪਾਣੀ ਨਾਲ ਰਿਲੇਟਡ ਹੈਡਵਰਕਸ ਦੀ ਗੱਲ ਕਰੀਏ ਤਾਂ ਰਾਵੀ ਰਿਵਰ ਉੱਤੇ 4 ਹੈਡਵਰਕਸ ਬਣੇ ਹੋਏ ਨੇ। ਸੋ ਬਸੰਤਪੁਰ ਨੀਅਰ ਸ਼ਾਹਪੁਰ ਕਾਂਡੀ ਕਤਰਦਾਰ, then ਮਾਧੋਪੁਰ ਹੈਡਵਰਕ, ਮਾਧੋਪੁਰ ਬਿਆਸ ਲਿੰਕ, ਕਠੂਆ ਫੀਡਰ ਤੇ ਇੱਕ ਬਹੁਤ ਇੰਪੋਰਟੈਂਟ ਰਣਜੀਤ ਸਾਗਰ ਡੈਮ, ਥੇਨ ਡੈਮ। ਸੋ ਇਹ ਵੀ ਐਗਜ਼ਾਮ ਦੇ ਵਿੱਚ ਬਾਰ-ਬਾਰ ਪੁੱਛੇ ਜਾਣ ਵਾਲਾ ਕੁਐਸਚਨ ਹੈ। ਸੋ ਇਹ ਡੈਮ ਅਪਰੂਵ ਹੋਇਆ ਸੀ 1981 ਵਿੱਚ, 2001 ਵਿੱਚ ਕੰਪਲੀਟ ਹੋਇਆ। ਸੋ ਇਹ ਵੀ ਐਸੋਸੀਏਟਡ ਹੈ ਰਿਵਰ ਰਾਵੀ ਦੇ ਨਾਲ। ਨੈਕਸਟ ਇਜ਼ ਰਿਵਰ ਬਿਆਸ। ਸੋ ਬਿਆਸ ਕੁੰਡ ਦੇ ਵਿੱਚੋਂ ਇਹ ਰਿਵਰ ਓਰੀਜਿਨੇਟ ਹੁੰਦੀ ਹੈ ਨੀਅਰ ਰੋਹਤਾਂਗ ਪਾਸ, ਹਿਮਾਚਲ ਪ੍ਰਦੇਸ਼। ਸੋ ਇਹ ਹਿਮਾਚਲ ਦੇ ਮੰਡੀ ਕੁੱਲੂ ਡਿਸਟ੍ਰਿਕਟ ਦੇ ਵਿੱਚੋਂ ਨਿਕਲ ਕੇ ਬਾਅਦ ਵਿੱਚ ਇਹ ਕ੍ਰਾਸ ਕਰਦੀ ਹੈ ਇੱਕ ਲਾਰਜੀ ਨਾਮ ਦੀ ਜਗ੍ਹਾ ਨੂੰ, ਸੋ ਦੌਲਾਦਰ ਰੇਂਜ ਦੇ ਵਿੱਚ, ਜਿੱਥੋਂ ਇਹ ਤਲਵਾੜਾ ਦੇ ਥਰੂ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਪੰਜਾਬ ਵਿੱਚ ਐਂਟਰ ਹੁੰਦੀ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਪਾਂਡੋ ਡੈਮ ਰਿਵਰ ਬਿਆਸ ਉੱਤੇ ਬਿਲਟ ਹੈ ਤੇ ਪੰਜਾਬ ਵਿੱਚ ਪੌਂਗ ਡੈਮ ਜਿਹੜਾ ਕਿ ਤਲਵਾੜਾ ਵਿੱਚ ਹੈ। ਸੋ ਇਹ ਦੋਨੋਂ ਡੈਮਸ ਦਾ ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ ਇਜ਼ ਟ੍ਰਿਬਿਊਟਰੀਜ਼ ਆਫ ਬਿਆਸ, ਪਾਰਬਤੀ, ਸੁਕੰਤਰੀ, ਊਲ, ਸੋਨ, ਕਾਲੀਬੇਨ। ਸੋ ਇਹ ਸਾਰੀਆਂ ਇੰਪੋਰਟੈਂਟ ਟ੍ਰਿਬਿਊਟਰੀਜ਼ ਨੇ ਬਿਆਸ ਦੀਆਂ। ਤੇ ਜਿਹੜੀ ਕਾਲੀਬੇਨ ਹੈ ਇਹ ਬਿਆਸ ਨੂੰ ਮਿਲਦੀ ਹੈ ਹਰੀਕੇ ਦੇ ਵਿੱਚ ਆਫਟਰ ਕ੍ਰਾਸਿੰਗ ਹੁਸ਼ਿਆਰਪੁਰ ਕਪੂਰਥਲਾ ਡਿਸਟ੍ਰਿਕਟ। ਸੋ ਨੈਕਸਟ ਇਜ਼ ਸਤਲੁਜ। ਸਤਲੁਜ ਰਿਵਰ ਓਰੀਜਿਨੇਟ ਹੁੰਦੀ ਹੈ ਲੇਕ ਰਾਕਸ਼ਸਤਲ ਇਨ ਤਿੱਬਤ ਦੇ ਵੈਸਟ ਤੋਂ as spring in an ephemeral stream channel descending from this lake. So Mansarovar Lake in Tibet ਦੇ ਨੇੜਿਓਂ basically ਸਤਲੁਜ ਦੀ origination ਹੈ। ਉਸ ਤੋਂ ਬਾਅਦ ਇਹ ਬਹੁਤ ਛੋਟੇ-ਛੋਟੇ ਜੌਰਜਸ ਬਣਾਉਂਦੀ ਹੋਈ ਹਿਮਾਲਿਆਜ਼ ਨੂੰ ਕ੍ਰਾਸ ਕਰਦੀ ਹੋਈ ਆਪਣੇ ਕੋਲ ਐਂਟਰ ਹੁੰਦੀ ਹੈ। Then it enters Pakistan at distance of 60 km from Harike. ਉਸ ਤੋਂ ਬਾਅਦ ਸੋਨ, ਬਿਆਸ, ਚਿੱਟੀ ਬੇਨ ਇਹ ਇੰਪੋਰਟੈਂਟ 3 ਮੇਜਰ ਟ੍ਰਿਬਿਊਟਰੀਜ਼ ਨੇ ਸਤਲੁਜ ਦੀਆਂ। ਨੈਕਸਟ ਇਜ਼ ਘੱਗਰ ਰਿਵਰ। ਸੋ ਇਹਦੇ ਬਾਰੇ ਵੀ ਐਗਜ਼ਾਮਸ ਦੇ ਵਿੱਚ ਕੁਐਸਚਨ ਬਹੁਤ ਵਾਰੀ ਪੁੱਛੇ ਜਾਂਦੇ ਨੇ। ਸੋ ਘੱਗਰ ਏਂਸ਼ੀਅੰਟ ਸਰਸਵਤੀ ਰਿਵਰ ਦੀ ਇੱਕ ਰੈਮਨੈਂਟ ਹੈ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਸੋ ਉਸ ਤੋਂ ਬਾਅਦ ਜਿਹੜੀ ਸਰਸਵਤੀ ਰਿਵਰ ਕਿਸੇ ਸਮੇਂ ਪੰਜਾਬ ਚੋਂ ਫਲੋ ਕਰਦੀ ਸੀ, ਹੁਣ ਜਿਹੜੀ ਘੱਗਰ ਹੈ ਇੱਕ ਸੀਜ਼ਨਲ ਸਟਰੀਮ ਹੈ। ਇਹ ਹਿਮਾਚਲ ਦੇ ਸਿਰਮੌਰ ਡਿਸਟ੍ਰਿਕਟ ਤੋਂ ਸਟਾਰਟ ਹੁੰਦੀ ਹੈ, ਮੁਬਾਰਕਪੁਰ ਦੇ ਵਿੱਚ ਆ ਕੇ ਇਹ ਪਲੇਨ ਏਰੀਆ 'ਚ ਐਂਟਰ ਹੁੰਦੀ ਹੈ। ਸੋ ਉਸ ਤੋਂ ਬਾਅਦ ਇਹ ਪਟਿਆਲਾ, ਘਨੌਰ, ਹਰਿਆਣਾ ਇਹ ਸਾਰੀਆਂ ਜਗ੍ਹਾ ਚੋਂ ਨਿਕਲਦੇ ਹੋਏ ਰਾਜਸਥਾਨ 'ਚ ਐਂਟਰ ਹੁੰਦੀ ਹੈ ਤੇ ਡੈਜ਼ਰਟਸ ਵਿੱਚ ਜਾ ਕੇ ਡਿਸਅਪੀਅਰ ਹੁੰਦੀ ਹੈ। ਦੈਨ ਇਜ਼ ਚੋਜ਼। ਸੋ ਪੰਜਾਬ ਦਾ ਜੋ ਕਾਂਡੀ ਏਰੀਆ ਹੈ ਇਹਦੇ ਵਿੱਚ ਛੋਟੀਆਂ-ਛੋਟੀਆਂ ਸੀਜ਼ਨਲ ਸਟਰੀਮਸ ਨੇ, ਚੈਨਲਸ ਨੇ, ਛੋਟੇ-ਛੋਟੇ ਨਾਲੇ ਨੇ, ਉਹਨਾਂ ਨੂੰ ਆਪਾਂ ਚੋਜ਼ ਕਹਿੰਦੇ ਹਾਂ। ਸੋ ਜਿਹੜੇ ਚੋਜ਼ ਨੇ ਇਹ ਕੱਟਰਦਾਰ ਤੇ 16 ਸਿੰਘੀ ਹਿਲਸ ਚੋਂ ਓਰੀਜਿਨੇਟ ਹੁੰਦੇ ਨੇ। ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਪਾਣੀ ਹੈ ਉਹਨੂੰ ਕਲੈਕਟ ਕਰਕੇ ਇਰੀਗੇਸ਼ਨ ਸਿੰਚਾਈ ਦੇ ਪਰਪਸ ਦੇ ਲਈ ਬਹੁਤ ਇੰਪੋਰਟੈਂਟਲੀ ਯੂਜ਼ ਕੀਤਾ ਜਾਂਦਾ ਹੈ। ਸੋ ਅਲੱਗ-ਅਲੱਗ ਨੇ ਚਿੱਟੀ ਬੇਨ, ਦੈਨ ਕਾਲੀ ਬੇਨ, ਸੋ ਬਹੁਤ ਸਾਰੇ ਚੋਜ਼ ਨੇ ਅਲੱਗ-ਅਲੱਗ ਜਗ੍ਹਾ ਦੇ। ਉਸ ਤੋਂ ਬਾਅਦ in order to control the chores, the government has initiated ਇੱਕ proper project ਇਹਨਾਂ ਦੀ conservation ਲਈ ਸਰਕਾਰ ਨੇ initiate ਕੀਤਾ ਸੀ, ਕਾਂਡੀ ਏਰੀਆ ਡਿਵੈਲਪਮੈਂਟ ਪ੍ਰੋਜੈਕਟ। So now coming to last topic, canal system of Punjab. So canal ਦੀ ਜੇ ਗੱਲ ਕਰੀਏ ਆਪਾਂ, ਕੋਈ ਨਹਿਰੀ ਜਿਹੜਾ ਸਿਸਟਮ ਹੈ ਤਾਂ ਉਹ ਪੰਜਾਬ ਦਾ ਕਾਫੀ ਵਧੀਆ, ਟੋਟਲ 5 ਹੈਡਵਰਕਸ ਨੇ, 14,500 ਕਿਲੋਮੀਟਰ ਦੇ ਲੌਂਗ ਕੈਨਾਲ ਨੇ।
ਸੋ 10 ਟੋਟਲ ਇੰਪੋਰਟੈਂਟ ਕੈਨਾਲਸ ਨੇ ਜਿਨ੍ਹਾਂ ਵਿੱਚੋਂ ਅੱਜ ਆਪਾਂ 8 ਦੀ ਗੱਲ ਕਰਾਂਗੇ। ਸੋ ਪਹਿਲਾ ਹੈ ਸਰਹੰਦ ਕੈਨਾਲ, ਰੋਪੜ ਹੈਡਵਰਕ ਇਹਦਾ ਸਟਾਰਟਿੰਗ ਪੁਆਇੰਟ ਹੈ। ਬਿਸਟ ਦੁਆਬ, ਰੋਪੜ ਹੈਡਵਰਕ, ਅਪਰ ਬੜੀ ਦੁਆਬ, ਮਾਧੋਪੁਰ ਹੈਡਵਰਕ, ਇਹ ਬਹੁਤ ਇੰਪੋਰਟੈਂਟ ਹੈ। ਦੈਨ ਸਰਹੰਦ ਫੀਡਰ, ਹਰੀਕੇ ਹੈਡਵਰਕ, ਈਸਟ ਕੈਨਾਲ, ਹੁਸੈਨੀਵਾਲਾ ਹੈਡਵਰਕ, ਭਾਖੜਾ ਮੇਨ ਲਾਈਨ, ਨੰਗਲ, ਦੈਨ ਸ਼ਾਹ ਨਹਿਰ, ਮੁਕੇਰੀਆਂ ਹਾਈਡਲ ਚੈਨਲ, ਇਹ ਵੀ ਬਹੁਤ ਇੰਪੋਰਟੈਂਟ ਐਗਜ਼ਾਮ ਲਈ। Then Rajasthan feeder, Harike Hetwork, Taran Taran. So this was all about our today's lecture related to important facts from geography of Punjab. I hope you liked the video. Keep supporting Victor's Knowledge. Thank you and good luck.